ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਮੈਂ ਹਾਂ ਗਗਨਦੀਪ ਸਿੰਘ। ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਕਾਨੂੰਨੀ ਕਾਰਵਾਈ ਦੇ ਵੱਲ ਵੱਧ ਸਕਦੇ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਦੋ ਹੋਰ ਕਿਸਾਨ ਇਸ ਦੁਨੀਆ ਤੋਂ ਜਾ ਚੁੱਕੇ ਨੇ ਕਰਜ਼ੇ ਦੇ ਚੱਲਦਿਆਂ ਤੇ FCI ਦੇ ਨਵੇਂ ਕਾਨੂੰਨਾਂ ਨੂੰ ਵੇਖਦਿਆਂ ਹੋਇਆਂ, ਨਵੇਂ ਨਿਯਮਾਂ ਨੂੰ ਵੇਖਦਿਆਂ ਹੋਇਆਂ ਕਿਸਾਨ ਅੱਜ ਪੂਰੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਕੀਤਾ। ਕਿਸਾਨਾਂ ਨੇ ਮੰਡੀਆਂ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਦੇ ਮੁਤਾਬਿਕ ਅਗਲੇ ਪ੍ਰੋਗਰਾਮਾਂ ਦਾ ਵੀ ਐਲਾਨ ਹੋਇਆ ਹੈ। ਉਸ ਐਲਾਨਾਂ ਦੇ ਵਿੱਚ ਕੀ ਕੁਝ ਖਾਸ ਹੈ ਤੇ ਕੀ ਕੁਝ ਖਾਸ ਆਉਣ ਵਾਲੀ 26 ਤਰੀਕ ਨੂੰ ਹੋਣ ਵਾਲਾ, ਇਸ ਦੇ ਉੱਤੇ ਵੀ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਸਵਾਲਾਂ ਦੇ ਵੱਲ ਵਧਦੇ। ਬਹੁਤ ਧੰਨਵਾਦ। ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਗਗਨ, ਤੁਹਾਡਾ ਵੀ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਹੁਣ ਕਾਨੂੰਨੀ ਕਾਰਵਾਈ ਦੀ ਜੋ ਗੱਲ ਕਰਕੇ ਗਏ ਨੇ, ਪੂਰਾ ਮਸਲਾ ਕੀ ਹੈ, ਕਿਉਂ ਆਖਿਰਕਾਰ ਹੁਣ ਸੁਪਰੀਮ ਕੋਰਟ ਦੇ ਵੱਲ ਵਧਣ ਦੀ ਗੱਲ ਆ? ਦੇਖੋ, ਮੈਨੂੰ ਜੋ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਹਨਾਂ ਦੇ ਕਾਨੂੰਨੀ ਸਲਾਹਕਾਰ ਔਰ ਐਡਵੋਕੇਟ ਜਨਰਲ ਪੰਜਾਬ ਦੇ ਨੇ ਜਿਹੜੇ ਪੂਰੀ ਤਿਆਰੀ ਖਿੱਚ ਰਹੇ ਨੇ ਕਿ ਕਿਵੇਂ ਇਹਨਾਂ ਖੇਤੀ ਕਾਨੂੰਨਾਂ ਦੇ ਮਸਲਿਆਂ ਦੇ ਉੱਤੇ ਸੂਬੇ ਦੀ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰੇ। ਦੇਖੋ, ਲਗਾਤਾਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਵਕਾਲਤ ਕਰ ਰਹੇ ਨੇ ਕਿ ਖੇਤੀ ਕਾਨੂੰਨ ਇਹ ਪੰਜਾਬ ਲਈ ਫਾਇਦੇਮੰਦ ਨਹੀਂ ਹੈ। ਹਾਲਾਂਕਿ ਬੀਜੇਪੀ ਲਗਾਤਾਰ ਕਹਿ ਰਹੀ ਹੈ ਕਿ ਇਹਨਾਂ ਕਾਨੂੰਨਾਂ ਦਾ ਫਾਇਦਾ ਹੈ, ਦੇਸ਼ ਭਰ 'ਚ ਫਾਇਦਾ। ਬੀਜੇਪੀ ਦਾ ਇਹ ਤਰਕ ਹੈ। ਪੰਜਾਬ ਦੇ ਬੀਜੇਪੀ ਵਾਲੇ ਲੀਡਰ ਵੀ ਮੰਨ ਰਹੇ ਨੇ ਕਿ ਇਹ ਖੇਤੀ ਕਾਨੂੰਨ ਫਾਇਦੇਮੰਦ ਹੈ। ਸਾਡੀਆਂ ਕਿਸਾਨ ਸੰਗਠਨਾਂ ਤੇ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਇਹ ਮੰਨਣ ਨੂੰ ਤਿਆਰ ਨਹੀਂ। ਹੁਣ ਕਿਉਂਕਿ ਸੋਧ ਬਿੱਲ ਪਾਸ ਕੀਤੇ ਸੀ, ਜਿਹੜੇ ਕੇਂਦਰ ਦੇ ਖੇਤੀ ਕਾਨੂੰਨ ਸੀ, ਉਹਨਾਂ 'ਚ ਸੋਧ ਕੀਤੀ ਸੀ ਪੰਜਾਬ ਦੀ ਵਿਧਾਨ ਸਭਾ ਨੇ ਸਤੰਬਰ-ਅਕਤੂਬਰ ਦੇ ਸੈਸ਼ਨ ਦੇ ਦਰਮਿਆਨ, ਔਰ ਉਹ ਗਵਰਨਰ ਕੋਲੇ ਗਏ, ਰਾਸ਼ਟਰਪਤੀ ਸਾਹਿਬ ਕੋਲੇ ਉਸ ਤੋਂ ਬਾਅਦ ਨਹੀਂ ਗਏ। ਕੈਪਟਨ ਅਮਰਿੰਦਰ ਨੇ ਸਪਸ਼ਟ ਕਿਹਾ ਕਿ ਅਗਰ ਗਵਰਨਰ ਸਾਹਿਬ ਰਾਸ਼ਟਰਪਤੀ ਕੋਲੇ ਨਹੀਂ ਭੇਜਦੇ ਔਰ ਅਗਰ ਰਾਸ਼ਟਰਪਤੀ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਤੇ ਸੂਬੇ ਦੀ ਸਰਕਾਰ ਕੋਲੇ ਇੱਕੋ ਹੀ ਰਾਹ ਬਚਦਾ ਹੈ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਕਰੀਏ। ਔਰ ਮੈਨੂੰ ਇਹ ਲੱਗਦਾ ਹੈ ਕਿ ਦੇਖੋ 2022 ਦੇ ਵਿੱਚ ਚੋਣਾਂ ਨੇ, ਪ੍ਰਸ਼ਾਂਤ ਕਿਸ਼ੋਰ ਮੁੱਖ ਸਲਾਹਕਾਰ ਬਣ ਗਏ ਕੈਪਟਨ ਅਮਰਿੰਦਰ ਦੇ, ਔਰ ਕੈਪਟਨ ਅਮਰਿੰਦਰ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਖੇਤੀ ਕਾਨੂੰਨਾਂ ਦੇ ਮਸਲੇ ਤੇ ਕਿਸਾਨ ਅੰਦੋਲਨ ਦਾ ਸਮਰਥਨ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਕੀਤਾ, ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗੇ, ਕੈਪਟਨ ਅਮਰਿੰਦਰ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਹੁਣ ਕੋਸ਼ਿਸ਼ ਕੈਪਟਨ ਅਮਰਿੰਦਰ ਦੀ ਕੀ ਹੋਣੀ ਹੈ ਕਿ ਮੈਂ ਮਾਹੌਲ ਬਣਦਾ ਦੇਖ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਦਰਜ ਕਰਾਂ ਇਸ ਪੂਰੇ ਮਸਲੇ ਤੇ। ਔਰ ਮੈਨੂੰ ਇਹ ਲੱਗਦਾ ਹੈ ਕਿ ਅਗਲੇ 1-1.5 ਮਹੀਨੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਤਿਆਰੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਬਹੁਤ ਵੱਡੇ ਵਕੀਲਾਂ ਦਾ ਸਲਾਹ ਮਸ਼ਵਰਾ ਹੋ ਰਿਹਾ ਪੰਜਾਬ ਦੇ ਕਿ ਅਸੀਂ ਸੁਪਰੀਮ ਕੋਰਟ 'ਚ ਅਗਰ ਚੁਣੌਤੀ ਦੇਣੀ ਹੈ ਤੇ ਉਹਦਾ ਆਧਾਰ ਕੀ ਹੋਊਗਾ। ਆਮ ਤੌਰ ਦੇ ਉੱਤੇ ਦੋ ਤਰ੍ਹਾਂ ਦੇ ਵਿਸ਼ੇ ਨੇ ਜਿਨ੍ਹਾਂ ਨੂੰ ਲੈ ਕੇ ਪੂਰੇ ਮੁਲਕ 'ਚ ਗਗਨ ਇੱਕ ਬਹਿਸ ਵੀ ਚੱਲ ਰਹੀ ਹੈ ਵੀ ਖੇਤੀ ਕਾਨੂੰਨ ਬਣਾਉਣਾ ਕੀ ਸਿਰਫ ਸੂਬਿਆਂ ਦਾ ਅਧਿਕਾਰ ਹੈ। ਕੇਂਦਰ ਨੇ ਜਿਸ ਅਧਿਕਾਰ ਦੇ ਤਹਿਤ ਇਹਨਾਂ ਕਾਨੂੰਨਾਂ ਨੂੰ ਬਣਾਇਆ, ਉੱਥੇ ਕੇਂਦਰ ਦਾ ਤਰਕ ਹੈ ਕਿ ਕੇਂਦਰ ਵੀ ਜਿਹੜਾ ਹੈ ਅਜਿਹੇ ਕਾਨੂੰਨ ਬਣਾ ਸਕਦਾ ਹੈ ਜਿੱਥੇ ਪੂਰੇ ਮੁਲਕ ਦੀ ਖੇਤੀ ਦਾ ਪ੍ਰਬੰਧ, ਉਤਪਾਦਨ ਦੀ ਵਿਵਸਥਾ ਜੁੜੀ ਹੁੰਦੀ ਹੈ। ਇਸੇ ਕਰਕੇ 3 ਖੇਤੀ ਕਾਨੂੰਨ ਅਲੱਗ-ਅਲੱਗ ਕੇਂਦਰ ਸਰਕਾਰ ਵੱਲੋਂ ਬਣਾਏ ਗਏ, ਜਿਹਦੇ ਵਿੱਚ ਭੰਡਾਰਨ ਦੀ ਸ਼ਰਤ ਵੀ ਹਟਾਈ ਗਈ ਕਿ ਖੇਤੀ ਜਿਨਸਾਂ ਨੇ ਜਿਹੜੀਆਂ ਉਹ ਨਿੱਜੀ ਕੰਪਨੀਆਂ ਜਾਂ ਕੋਈ ਵੀ ਵਿਅਕਤੀ ਹੈ ਜਿਹੜਾ ਉਹਦੀ ਭੰਡਾਰਨ ਸਮਰੱਥਾ ਹੈ ਜਿਹੜੀ ਉਹ ਆਪਣੀ ਮਰਜ਼ੀ ਮੁਤਾਬਕ ਕਰ ਸਕਦਾ ਹੈ। ਹਾਲਾਂਕਿ ਅਗਰ ਕੋਈ ਬਹੁਤ ਮਾੜੀਆਂ ਸਥਿਤੀਆਂ ਆਉਂਦੀਆਂ ਨੇ ਤੇ ਕੇਂਦਰ ਕੋਲੇ ਉਹ ਅਧਿਕਾਰ ਤਾਂ ਹੈਗਾ ਹੀ ਹੈ ਕਿ ਜਦੋਂ ਮਰਜ਼ੀ ਭੰਡਾਰਨ ਦੀ ਸੀਮਾ ਤੇ ਕੇਂਦਰ ਸਰਕਾਰ ਰੋਕ ਲਾ ਸਕੇ ਤੇ ਉਦੋਂ ਜਿਹੜਾ ਇਹ ਭੰਡਾਰਨ ਹੈ ਕਿਸੇ ਵੀ ਤਰ੍ਹਾਂ ਦਾ ਇਹ ਗੈਰ ਕਾਨੂੰਨੀ ਬਣ ਜਾਏਗਾ। ਪਰ ਉਹ ਇੱਕ ਵਿਵਾਦ ਦਾ ਵਿਸ਼ਾ ਹੈਗਾ ਸੂਬੇ ਔਰ ਕੇਂਦਰ ਦੇ ਵਿੱਚ। ਪਰ ਸੂਬੇ ਦੀ ਸਰਕਾਰ ਲਗਾਤਾਰ ਇਹ ਤਰਕ ਦੇ ਰਹੀ ਹੈ ਕਿ ਖੇਤੀ ਕਾਨੂੰਨ ਸੂਬਿਆਂ ਦਾ ਵਿਸ਼ਾ ਹੈ, ਔਰ ਇੱਕ ਆਧਾਰ ਔਰ ਦੂਸਰਾ ਆਧਾਰ ਕਿ ਅਸੀਂ ਕੇਂਦਰ ਦੇ ਖੇਤੀ ਬਿੱਲਾਂ ਦੇ ਵਿੱਚ ਸੋਧ ਕੀਤੀ ਹੈ ਵਿਧਾਨ ਸਭਾ ਜ਼ਰੀਏ, ਔਰ ਗਵਰਨਰ ਵੱਲੋਂ ਰਾਸ਼ਟਰਪਤੀ ਕੋਲੇ ਨਹੀਂ ਭੇਜੇ ਗਏ। ਅਗਰ ਭੇਜੇ ਗਏ ਨੇ ਤੇ ਰਾਸ਼ਟਰਪਤੀ ਨੇ ਸਹੀ ਨਹੀਂ ਪਾਈ। ਤਰਕ ਇਹ ਹੋਏਗਾ ਕਿ ਜਿਹੜੇ ਸੂਬੇ ਦੇ ਵਿਧਾਨ ਸਭਾ 'ਚ ਸੋਧ ਬਿੱਲ ਪਾਸ ਹੋਏ ਨੇ, ਸੁਪਰੀਮ ਕੋਰਟ ਉਹਨਾਂ ਦੇ ਉੱਤੇ ਰਾਸ਼ਟਰਪਤੀ ਸਾਹਿਬ ਤੋਂ ਸਲਾਹ ਲਵੇ ਜਾਂ ਕੋਈ ਫੈਸਲਾ ਲਵੇ, ਜਾਂ ਸੁਪਰੀਮ ਕੋਰਟ ਸੂਬੇ ਦੇ ਪਾਸ ਕੀਤੇ ਬਿੱਲਾਂ ਦੇ ਉੱਤੇ ਕੋਈ ਕਨਸਟੀਟਿਊਸ਼ਨਲ ਬੈਂਚ ਨੂੰ ਇਹ ਮਾਮਲਾ ਭੇਜੇ, ਸੰਵਿਧਾਨਕ ਬੈਂਚ ਨੂੰ ਇਹ ਮਾਮਲਾ ਭੇਜੇ, ਤਾਂ ਕਿ ਇਹ ਮੂਲ ਰੂਪ ਦੇ ਵਿੱਚ ਨਿਪਟਾਰਾ ਹੋਵੇ ਕਿ ਅਗਰ ਕੇਂਦਰ ਵੱਲੋਂ ਕੋਈ ਇਸ ਤਰੀਕੇ ਦੇ ਖੇਤੀ ਦੇ ਕਾਨੂੰਨ ਭਵਿੱਖ 'ਚ ਵੀ ਬਣਾਏ ਜਾਂਦੇ ਨੇ ਤਾਂ ਕੀ ਸੂਬੇ ਦੀਆਂ ਸਰਕਾਰਾਂ ਉਹਨਾਂ 'ਚ ਸੋਧ ਕਰ ਸਕਦੀਆਂ ਨੇ ਜਾਂ ਨਹੀਂ। ਇਹਦੇ ਉੱਪਰ ਪੂਰੀ ਵਿਆਖਿਆ ਵੀ ਸੁਪਰੀਮ ਕੋਰਟ ਦੀ ਆ ਸਕਦੀ ਹੈ, ਸਪਸ਼ਟਤਾ ਆ ਸਕਦੀ ਹੈ। ਸੁਪਰੀਮ ਕੋਰਟ ਦਾ ਜਿਹੜਾ ਵੱਡਾ ਨਵਾਂ ਫੈਸਲਾ ਹੁੰਦਾ ਗਗਨ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਕਾਨੂੰਨਾਂ ਦੇ ਉੱਤੇ ਕੇਂਦਰ ਤੇ ਸੂਬਿਆਂ ਦੇ ਰੁਖ ਦੇ ਲਈ ਇੱਕ ਸਪਸ਼ਟਤਾ ਦਾ ਆਧਾਰ ਵੀ ਤਿਆਰ ਕਰਦਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ 2 ਫਾਇਦੇ ਹੋਣਗੇ ਕੈਪਟਨ ਅਮਰਿੰਦਰ ਨੂੰ, ਕਿਉਂਕਿ ਹੁਣ ਤੱਕ ਅਸੀਂ ਦੇਖਿਆ ਕਿ ਨਾ ਗਵਰਨਰ ਸਾਹਿਬ ਨੇ ਨਾ ਰਾਸ਼ਟਰਪਤੀ ਸਾਹਿਬ ਨੇ ਇਹਨਾਂ ਸੋਧ ਮਤਿਆਂ ਦੇ ਉੱਤੇ ਸਹੀ ਨਹੀਂ ਪਾਈ, ਨਾ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਜ਼ਿਆਦਾ ਇਹਦੀ ਮੰਗ ਕੀਤੀ ਹੈ, ਨਾ ਕਿਸਾਨ ਮੋਰਚੇ ਨੇ ਇਹਦੇ ਤੇ ਬਹੁਤ ਗੰਭੀਰਤਾ ਦਿਖਾਈ ਹੈ। ਪਰ ਕੈਪਟਨ ਅਮਰਿੰਦਰ ਸਿੰਘ ਇੱਕ ਤੀਰ ਨਾਲ 2 ਨਿਸ਼ਾਨੇ ਕਰਨਗੇ। ਇੱਕ ਤਾਂ ਇਸ ਮਸਲੇ ਦੇ ਨਾਲ ਉਹ ਸਿੱਧੇ ਚਲੇ ਜਾਣਗੇ ਸੁਪਰੀਮ ਕੋਰਟ, ਜਿਹਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਇਹ ਸੁਨੇਹਾ ਜਾਏਗਾ ਕਿ ਕੈਪਟਨ ਅਮਰਿੰਦਰ ਗੰਭੀਰ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ,
ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਅਗਵਾਈ 'ਚ ਬੀਜੇਪੀ ਦੀ ਸਰਕਾਰ ਦੇ ਨਾਲ ਦੋ ਹੱਥ ਲੈਣ ਦੀ ਤਾਕਤ ਰੱਖਦੇ ਹੈ, ਕਿਉਂਕਿ ਕਾਂਗਰਸ ਦਾ ਏਜੰਡਾ ਹੈ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਹੈ। ਦੋ ਗੱਲਾਂ ਬੜੀਆਂ ਸਪਸ਼ਟ ਹੈ, ਮੁਲਕ ਦੇ ਵਿੱਚ ਇੱਕ ਧਿਰ ਐਨਡੀਏ ਤੇ ਬੀਜੇਪੀ ਹੈ ਜਿਹੜੇ ਖੁੱਲ੍ਹ ਕੇ ਸਮਰਥਨ ਕਰ ਰਹੇ ਨੇ ਖੇਤੀ ਕਾਨੂੰਨਾਂ ਦਾ, ਦੂਜੀ ਧਿਰ ਕਿਸਾਨ ਮੋਰਚਾ ਹੈ ਔਰ ਤੀਜੀ ਧਿਰ ਵਿਰੋਧੀ ਪਾਰਟੀਆਂ ਨੇ। ਇਹ ਸਾਰੇ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਹੁਣ ਕੈਪਟਨ ਅਮਰਿੰਦਰ ਇੱਕ ਤੀਰ ਨਾਲ ਦੋ ਨਿਸ਼ਾਨੇ, ਇੱਕ ਤਾਂ ਬੀਜੇਪੀ ਦੇ ਨਾਲ ਆਪਣੀ ਸਿਆਸੀ ਵਿਰੋਧਤਾ ਦਰਸਾ ਦੇਣਗੇ ਅਗਰ ਇਹ ਮਾਮਲਾ ਸੁਪਰੀਮ ਕੋਰਟ 'ਚ ਲੈ ਕੇ ਜਾਂਦੇ ਨੇ, ਦੂਸਰਾ ਅਗਰ ਸੁਪਰੀਮ ਕੋਰਟ ਇਸ ਮਾਮਲੇ ਨੂੰ ਕਨਸਟੀਟਿਊਸ਼ਨਲ ਬੈਂਚ ਵਾਲੇ ਪਾਸੇ ਲੈ ਕੇ ਜਾਂਦੀ ਹੈ ਜਾਂ ਤੁਰੰਤ ਸੁਣਵਾਈ ਦੇ ਲਈ ਅਗਰ ਸੁਪਰੀਮ ਕੋਰਟ ਤਿਆਰ ਹੋ ਜਾਂਦੀ ਹੈ ਜਾਂ ਪਟੀਸ਼ਨ ਹੀ ਸੁਪਰੀਮ ਕੋਰਟ ਦੇ ਵਿੱਚ ਐਡਮਿਟ ਹੋ ਜਾਂਦੀ ਹੈ, ਇਹਦੇ ਤੇ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫਿਰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਇਹਦੇ ਨਾਲ ਕਰਨਗੇ। ਕਿਸਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਵੀ ਦੇਖੋ ਸਾਡੀ ਸਰਕਾਰ ਨੇ ਕਾਨੂੰਨੀ ਤਰੀਕੇ ਨਾਲ ਹੁਣ ਇਸ ਮਾਮਲੇ ਨੂੰ ਨਜਿੱਠਣ ਦਾ ਫੈਸਲਾ ਕੀਤਾ ਹੈ। ਔਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਸਿਆਸੀ ਮੂਵ ਹੈ, ਪੰਜਾਬੀ 'ਚ ਇਹਨੂੰ ਮੈਂ ਦਾ ਕਹਿ ਦਿੰਦਾ, ਹਾਲਾਂਕਿ ਇਹ ਕੁਸ਼ਤੀ ਜਾਂ ਭਲਵਾਨੀ ਵਾਲਾ ਦਾ ਨਹੀਂ, ਇਹ ਇੱਕ ਪ੍ਰਕਿਰਿਆ, ਕਾਨੂੰਨੀ ਪ੍ਰਕਿਰਿਆ, ਪਰ ਇਸ ਕਾਨੂੰਨੀ ਪ੍ਰਕਿਰਿਆ ਨੂੰ ਸਿਆਸੀ ਤੌਰ ਤੇ ਕਾਂਗਰਸ ਵੱਲੋਂ ਇਸ ਤਰੀਕੇ ਨਾਲ ਪ੍ਰਚਾਰਿਤ ਕੀਤਾ ਜਾਏਗਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਕਿਸਾਨਾਂ ਦੇ ਇਹਨਾਂ ਖੇਤੀ ਕਾਨੂੰਨਾਂ ਤੇ ਸੂਬੇ ਨੂੰ ਹੱਕ ਦਿਵਾ ਕੇ ਹਟਣਗੇ। ਤੁਹਾਨੂੰ ਯਾਦ ਹੋਣਾ ਗਗਨ, ਜਿੱਦਣ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਇਹ ਮਤੇ ਪਾਸ ਕੀਤੇ ਗਏ, ਸੋਧ ਮਤੇ, ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਕਾਂਗਰਸੀ ਲੀਡਰਾਂ ਨੇ ਲੱਡੂ ਵੰਡਤੇ। ਜੀ ਦੱਸੋ ਲੱਡੂ ਵੰਡਣ ਦੀ ਕਿਹੜੀ ਲੋੜ ਸੀ? ਹਜੇ ਤਾਂ ਵਿਧਾਨ ਸਭਾ ਨੇ ਸੋਧ ਮਤੇ ਪਾਸ ਕੀਤੇ ਨੇ, ਨਾ ਗਵਰਨਰ ਸਾਹਿਬ ਨੇ ਸਹੀ ਪਾਈ ਤੇ ਨਾ ਸਹੀ ਪਾਈ ਰਾਸ਼ਟਰਪਤੀ ਸਾਹਿਬ ਨੇ, ਤੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਤੇ ਲੱਡੂ ਲਾ ਕੇ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕਿੱਡਾ ਵੱਡਾ ਫੈਸਲਾ ਕਰਤਾ ਸੂਬੇ 'ਚ। ਸਿਰਫ ਮਤੇ ਪਾਸ ਹੋਏ ਆ ਵਿਧਾਨ ਸਭਾ ਦੇ ਵਿੱਚ, ਸੋ ਅਤੀ ਉਤਸ਼ਾਹ 'ਚ ਕੰਮ ਕੀਤਾ ਗਿਆ। ਲੱਡੂ ਵੰਡ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੇਖੋ ਕਿਸਾਨਾਂ ਲਈ ਕਿੱਡਾ ਵੱਡਾ ਕੰਮ ਕਰਤਾ, ਵੀ ਹੁਣ ਸਾਨੂੰ ਵੋਟਾਂ ਪਾ ਦਿਓ 2022 'ਚ। ਸੋ ਇਸ ਕਰਕੇ ਹਰ ਅਜਿਹੇ ਫੈਸਲੇ ਦਾ ਸਿਆਸੀਕਰਨ ਕੀਤਾ ਜਾਂਦਾ ਹੈ। ਹੁਣ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਤੇ ਸੁਪਰੀਮ ਕੋਰਟ ਜਾਣਗੇ, ਇੱਕ ਵਾਰੀ ਫਿਰ ਪੰਜਾਬ 'ਚ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜੇਤੂ ਲੀਡਰ ਦੇ ਤੌਰ ਤੇ ਪ੍ਰਚਾਰਿਤ ਕਰਨਗੇ ਵੀ ਦੇਖੋ ਕੈਪਟਨ ਅਮਰਿੰਦਰ ਸਿੰਘ ਕਿਸੇ ਤੋਂ ਨਹੀਂ ਡਰਦਾ, ਨਾ ਕੇਂਦਰ ਸਰਕਾਰ ਨਾਲ ਟਕਰਾਉਣ ਤੋਂ ਡਰਦਾ, ਨਾ ਕਾਂਗਰਸ ਦੀ ਹਾਈ ਕਮਾਂਡ ਨੂੰ ਉਹ ਪਿੱਠ ਲੱਗਣ ਦਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਕਿਸੇ ਦੀ ਗੱਲ ਨਹੀਂ ਸੁਣਦਾ। ਔਰ ਕਿਸਾਨਾਂ 'ਚ ਵੀ ਇਹ ਸੁਨੇਹਾ ਜਾਊਗਾ ਵੀ ਕਿਸਾਨਾਂ ਨੇ ਤਾਂ ਇਸ ਮਸਲੇ ਤੇ ਬਹੁਤਾ ਕੁਝ ਕੀਤਾ ਨਹੀਂ, ਪੰਜਾਬ ਦੇ ਖੇਤੀ ਕਾਨੂੰਨਾਂ ਦੇ ਸੋਧ ਮਤਿਆਂ ਤੇ ਮੈਂ ਦੇਖੋ ਸੁਪਰੀਮ ਕੋਰਟ 'ਚ ਵੀ ਚਲਿਆ ਗਿਆ, ਔਰ ਇਹਨੂੰ ਵੀ ਚੋਣ ਮੁੱਦਾ ਬਣਾਉਣ ਦੀ ਕੋਸ਼ਿਸ਼ ਕੈਪਟਨ ਅਮਰਿੰਦਰ ਦੀ ਸਰਕਾਰ ਵੱਲੋਂ ਕਿਤੇ ਨਾ ਕਿਤੇ ਕੀਤੀ ਜਾਣੀ ਹੈ। ਔਰ ਅਗਰ ਸੁਪਰੀਮ ਕੋਰਟ 'ਚ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਕਈ ਹੋਰ ਸੂਬੇ ਨੇ ਗਗਨ ਜਿਨ੍ਹਾਂ ਨੇ ਇਹਨਾਂ ਮਤਿਆਂ ਨੂੰ, ਸੋਧ ਮਤਿਆਂ ਨੂੰ ਰੱਦ ਕੀਤਾ। ਸਾਨੂੰ ਪਤਾ ਹੈ ਰਾਜਸਥਾਨ 'ਚ ਵੀ ਰੱਦ ਕੀਤੇ ਗਏ ਨੇ, ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਉੱਥੇ ਸੋਧ ਮਤੇ ਰੱਦ ਕੀਤੇ ਗਏ ਸੀ। ਅਜਿਹੇ 'ਚ ਅਗਰ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੁੰਦੀ ਹੈ ਇਸ ਮਸਲੇ ਤੇ ਬਾਕੀ ਸੂਬੇ ਨੇ ਜਿਹੜੇ ਉਹ ਵੀ ਪਾਰਟੀਆਂ ਬਣਨਗੇ ਔਰ ਇੱਕ ਵੱਡੀ ਸੁਣਵਾਈ ਹੈ ਜਿਹੜੀ ਮੁਲਕ ਦੇ ਵਿੱਚ ਬਣੂਗੀ। ਕੌਮੀ ਮੀਡੀਆ ਦਾ ਫਿਰ ਇਹਦੇ ਪਾਸੇ ਧਿਆਨ ਹੋ ਜਾਣਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਇਹਦੇ ਨਾਲ ਮੁੜ ਸੁਰਖੀਆਂ ਚਾਹੁੰਣਗੇ। ਔਰ ਪ੍ਰਸ਼ਾਂਤ ਕਿਸ਼ੋਰ, ਸਾਨੂੰ ਪਤਾ ਹੈ ਕਿ ਜਿਹੜੇ ਨੀਤੀ ਘਾੜਕ ਹੁੰਦੇ ਨੇ ਉਹ ਤਿਲ ਦਾ ਤਾੜ ਬਣਾ ਦਿੰਦੇ ਨੇ। ਬਿਲਕੁਲ। ਸੋ ਇਸ ਕਾਨੂੰਨੀ ਪ੍ਰਕਿਰਿਆ ਨੂੰ ਇੱਕ ਵੱਡੀ ਜਿੱਤ ਦੇ ਸੂਚਕ ਦੇ ਰੂਪ ਦੇ ਵਿੱਚ ਵੀ ਪ੍ਰਚਾਰਿਆ ਜਾਊਗਾ ਤਾਂ ਕਿ 2022 ਦਾ ਜਿਹੜਾ ਦਰਵਾਜ਼ਾ ਹੈ ਮੁੱਖ ਮੰਤਰੀ ਦੇ ਦਫ਼ਤਰ ਦਾ, ਉਹ ਇਹਨਾਂ ਕਿਸਾਨ ਮਸਲਿਆਂ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਹਾਸਲ ਕਰ ਲੈਣ। ਇਸੇ ਕਰਕੇ ਤਾਂ ਸਿੱਧੂ ਦੀ ਵੀ ਡਿਮਾਂਡ ਬਣੀ ਹੋਈ ਹੈ, ਕਿਉਂਕਿ ਸਿੱਧੂ ਲਗਾਤਾਰ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਿਹਾ ਹੈ ਔਰ ਅਗਰ ਸਿੱਧੂ ਵਿਰੋਧ ਦਾ ਸਟੈਂਡ ਲੈਂਦਾ ਹੈ ਕਾਂਗਰਸ 'ਚ, ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਤੋਂ ਹਟ ਕੇ ਖੇਤੀ ਕਾਨੂੰਨਾਂ ਤੇ ਉਹਦੇ ਨਾਲ ਕਾਂਗਰਸ ਦੇ ਲਈ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ। ਪਰ ਸਿੱਧੂ ਨੂੰ ਵੀ ਨਾਲ ਰਲਾਉਣ ਦੀਆਂ ਕੋਸ਼ਿਸ਼ਾਂ ਕਾਂਗਰਸ ਦੇ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕਾਂਗਰਸ ਦੀ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਾਂ ਵੱਲੋਂ ਵੀ ਸਿੱਧੂ ਸਾਡੇ ਨਾਲ ਆ ਜਾਏ, ਬਸ ਫਿਰ ਪੰਜਾਬੀ 'ਚ ਜਿਹਨੂੰ ਕਹਿੰਦੇ ਅਸੀਂ ਚੱਕ ਦਿਆਂਗੇ ਫਟੇ। ਇਹ ਯਤਨ ਨੇ ਕਾਂਗਰਸ ਦੇ। ਪਰ ਕੈਪਟਨ ਅਮਰਿੰਦਰ ਸਿੰਘ ਇਹ ਜਲਦ ਮੈਨੂੰ ਲੱਗਦਾ ਸੁਪਰੀਮ ਕੋਰਟ ਦਾ ਰੁਖ ਕਰਨਗੇ। ਉਹਨਾਂ ਦੇ ਜਿਹੜੇ ਵਕੀਲ ਨੇ ਉਹ ਇੱਕ ਪੁਆਇੰਟ ਦੇ ਉੱਤੇ ਸੰਭਾਵਨਾਵਾਂ ਤਲਾਸ਼ ਰਹੇ ਨੇ ਸੁਪਰੀਮ ਕੋਰਟ 'ਚ ਜਾਣ ਦੀਆਂ ਔਰ ਇਹ ਕੇਸ ਨੂੰ ਫਾਈਲ ਕਰਨ ਦੀਆਂ। ਜੀ ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੀ ਗੱਲ ਆਖੀ ਤੇ ਬਾਕੀ ਬਚਦੇ 15% ਵਾਅਦੇ ਉਹ ਕਹਿੰਦੇ ਕਿ ਆਉਣ ਵਾਲੇ ਸਾਲ 'ਚ ਪੂਰੇ ਹੋ ਜਾਣਗੇ। ਲੱਗਦਾ ਸੰਭਾਵਨਾਵਾਂ ਕਿ 1 ਸਾਲ ਦੇ ਵਿੱਚ, ਸਾਲ ਦਾ ਵੀ ਸਮਾਂ ਬਹੁਤ ਘੱਟ ਹੈ, ਉਸ ਤੋਂ ਪਹਿਲਾਂ ਚੋਣ ਜ਼ਾਬਤਾ ਲਾਗੂ ਹੋ ਜਾਣਾ? ਨਹੀਂ ਦੇਖੋ, ਚੋਣ ਜ਼ਾਬਤਾ 6 ਮਹੀਨੇ ਪਹਿਲਾਂ ਤੱਕ ਤਾਂ ਲੱਗ ਸਕਦਾ ਹੁਣ ਜੀ। ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਵੱਲੋਂ ਅਸਤੀਫਾ ਦੇ ਕੇ ਵੀ ਸਿਫਾਰਿਸ਼ ਕਰ ਸਕਦੇ ਨੇ ਵੀ ਅਸੀਂ ਆਪਣੇ ਵੱਲੋਂ ਚੋਣਾਂ ਲਈ ਤਿਆਰ ਹਾਂ, ਬਾਕੀ ਫੈਸਲਾ ਚੋਣ ਕਮਿਸ਼ਨ ਕਰੇ। ਪਰ ਦੇਖੋ ਇਹ ਹੈ ਕਿ 90,000 ਕਰੋੜ ਦਾ ਪੰਜਾਬ ਦੀ ਕਿਸਾਨੀ ਤੇ ਕਰਜ਼ਾ ਹੈ ਔਰ ਕਿਸਾਨੀ ਕਰਜ਼ਾ ਤਾਂ ਵੱਧਦਾ ਜਾ ਰਿਹਾ ਨਾ। 2017 ਦੀਆਂ ਜੋ ਸਥਿਤੀਆਂ ਸੀ, ਕਰਜ਼ਾ ਤਾਂ ਗਗਨ ਉਹਦੇ ਨਾਲੋਂ ਵੀ ਵੱਧ ਗਿਆ। ਆ ਦੇਖੋ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਹੋ ਰਹੀਆਂ ਨੇ। ਆ ਮੇਰੇ ਕੋਲੇ ਆંકੜੇ ਆ ਗਏ, ਅੱਜ 2 ਕਿਸਾਨਾਂ ਨੇ ਹੋਰ ਸਾਡੇ ਆਤਮ ਹੱਤਿਆ ਕਰ ਲਈ।
ਸੰਗਰੂਰ ਦਾ ਕਿਸਾਨ ਹੈ, ਪਿੰਡ ਉੱਭਾਵਾਲਾ ਦਾ, 45 ਕੁ ਸਾਲ ਦੀ ਉਮਰ ਹੈ ਉਹਨਾਂ ਦੀ। ਸੁਸਾਇਟੀ ਦਾ ਕਹਿੰਦੇ 1.25 ਲੱਖ ਦੇ ਕਰੀਬ ਦਾ ਕਰਜ਼ਾ ਸੀ। ਬੈਂਕ ਦੀ ਲਿਮਟ ਸੀ ਜਿਹੜੀ 1.5 ਲੱਖ ਤੋਂ 2.5 ਲੱਖ ਹੋ ਗਈ ਉਸ ਕਿਸਾਨ ਤੇ। ਕੋਆਪਰੇਟਿਵ ਸੁਸਾਇਟੀ ਦਾ ਕਹਿੰਦੇ ਨੋਟਿਸ ਆਇਆ ਸੀ ਕੁਝ ਦਿਨ ਪਹਿਲਾਂ। ਆੜਤੀਏ ਦਾ ਵੀ 2.5 ਲੱਖ ਦਾ ਕਰਜ਼ਾ ਸੀ, ਸੁਸਾਈਡ ਕਰ ਗਿਆ। ਦੇਖੋ ਪਰਿਵਾਰ ਲਈ ਕਿੱਡੇ ਵੱਡਾ ਜਿਹੜਾ ਹੈਗਾ ਇਹ ਕਿੱਡੀ ਵੱਡੀ ਵਿਪਤਾ ਹੈ ਪੰਜਾਬ ਲਈ ਵੀ, ਔਰ ਕਿਸਾਨੀ ਦੀ ਸੂਚਕ ਹੈ ਇਹ ਚੀਜ਼ ਕਿ ਕਿਸਾਨੀ ਸਾਡੀ ਕਿੰਨੀ ਮਾੜੀ ਸਥਿਤੀ 'ਚ ਹੈ। ਦੂਸਰਾ ਕਿਸਾਨ ਸਾਡਾ ਇੱਕ ਹੋਰ ਆ ਬਰੇਟਾ ਨਾਲ ਸਾਡੇ ਸੰਬੰਧਿਤ ਹੈ, ਪਿੰਡ ਕੁਲਰੀ ਹੈ ਬਰੇਟਾ ਦਾ। ਉਸ ਕਿਸਾਨ ਦੇ ਉੱਤੇ ਵੀ ਲੱਖਾਂ ਦਾ ਕਰਜ਼ਾ ਸੀ, ਕਹਿੰਦੇ 10-12 ਲੱਖ ਦਾ ਕਰਜ਼ਾ ਸੀ। ਹੁਣ ਕਿਸਾਨਾਂ ਤੇ ਇੰਨਾ ਕਰਜ਼ਾ ਹੈ ਤੇ ਕਿਸਾਨ ਤਾਂ ਹੁਣ ਵੀ ਸੁਸਾਈਡ ਕਰ ਰਹੇ ਨੇ, ਆਤਮ ਹੱਤਿਆਵਾਂ ਕਰ ਰਹੇ ਨੇ। ਔਰ ਕੈਪਟਨ ਅਮਰਿੰਦਰ ਲੱਖ ਦਾਅਵਾ ਕਰਨ ਵੀ ਅਸੀਂ ਬਹੁਤ ਕਿਸਾਨੀ ਦੇ ਕਰਜ਼ੇ ਮਾਫ ਕਰਤੇ, ਉਹ ਸਥਿਤੀਆਂ ਨਹੀਂ ਬਣੀਆਂ। ਇਹ ਚੁਣੌਤੀ ਹੈ ਕੈਪਟਨ ਅਮਰਿੰਦਰ ਸਿੰਘ ਲਈ। ਠੀਕ ਹੈ, ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਨੇ ਯਤਨ ਕੀਤੇ, ਪਹਿਲੇ ਸਾਲ ਇਹਨਾਂ ਨੇ ਪ੍ਰੋਗਰਾਮ ਰੱਖੇ ਮੰਚਾਂ ਤੇ ਜਾ ਕੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਜਾਂਦੇ ਸੀਗੇ। ਉਸ ਤੋਂ ਬਾਅਦ ਉਪ ਚੋਣਾਂ ਪੰਜਾਬ 'ਚ ਹੋਈਆਂ, ਜ਼ਿਮਨੀ ਚੋਣਾਂ ਉਹ ਵੀ ਜਿੱਤ ਲਈਆਂ। ਜ਼ਿਮਨੀ ਚੋਣਾਂ ਤੋਂ ਪਹਿਲਾਂ ਤਾਂ ਸ਼ਾਹਕੋਟ 'ਚ ਵੀ ਕਰਜ਼ਾ ਮਾਫੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਤੁਹਾਨੂੰ ਯਾਦ ਹੋਣਾ, ਸ਼ਾਹਕੋਟ ਵਾਲੀ ਵੀ ਜਿੱਤ ਗਏ ਕਾਂਗਰਸ। ਠੀਕ ਹੈ, ਚੋਣਾਂ ਤੋਂ ਪਹਿਲਾਂ ਇਹ ਚੀਜ਼ਾਂ ਹੋਈਆਂ, ਪਰ ਉਦੋਂ ਵੀ ਜਦੋਂ ਸਵਾਲ ਹੁੰਦਾ ਸੀ ਵੀ 80-90 ਹਜ਼ਾਰ 70-60-70 80-90 ਹਜ਼ਾਰ ਕਿਸਾਨੀ ਸਿਰ ਕਰਜ਼ਾ ਹੈ, ਤੇ ਉਦੋਂ ਕਾਂਗਰਸੀ ਕਹਿੰਦੇ ਸੀ ਸਮੇਤ ਕੈਪਟਨ ਅਮਰਿੰਦਰ ਔਰ ਮਨਪ੍ਰੀਤ ਬਾਦਲ ਕਿ 5 ਸਾਲਾਂ ਦੇ ਵਾਅਦੇ ਨੇ ਅਸੀਂ 5 ਸਾਲਾਂ 'ਚ ਪੂਰੇ ਕਰਾਂਗੇ। ਹੁਣ ਵੀ 4 ਸਾਲ ਪੂਰੇ ਹੋਏ ਸਰਕਾਰ ਦੇ, ਕੈਪਟਨ ਅਮਰਿੰਦਰ ਨੇ ਕਿਹਾ, ਤੁਹਾਡੇ ਕੋਲੇ ਅਗਰ ਬਿਆਨ ਹੈਗਾ ਕੈਪਟਨ ਅਮਰਿੰਦਰ ਦਾ ਸੁਣਾ ਵੀ ਦਿਓ। ਕੈਪਟਨ ਅਮਰਿੰਦਰ ਕਹਿੰਦੇ ਅਸੀਂ ਪੂਰੇ ਵਾਅਦੇ ਪੂਰੇ ਕਰਕੇ ਲੋਕਾਂ ਕੋਲੋਂ ਵੋਟਾਂ ਮੰਗਣ ਜਾਵਾਂਗੇ। ਪਰ ਇਸ ਗੱਲ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰ ਸਕਣਗੇ ਕੈਪਟਨ ਅਮਰਿੰਦਰ। 2.25 ਲੱਖ ਕਰੋੜ ਦਾ ਕਰਜ਼ਾ ਹੀ ਹੋਇਆ ਪਿਆ ਗਗਨ ਪੰਜਾਬ। ਵੇਖੋ ਜੀ, ਮੰਗਾਂ ਸਾਡੀਆਂ ਇਹ ਆ ਵੀ ਇਹਨਾਂ ਨੇ ਲਾਕਡਾਊਨ ਦੇ ਵਿੱਚ ਇੱਕ ਹੋਰ ਸਾਡੇ ਤੇ ਨਵਾਂ ਚੰਦ ਚਾੜਿਆ। ਸਾਡਾ ਜਿਹੜਾ FCI ਉਹਨੂੰ ਤੋੜਨ ਦੀ ਤਿਆਰੀ ਆ, ਮੰਡੀ ਤੇ ਅੱਗੇ ਤੋੜਨ ਦੀ ਤਿਆਰੀ ਸੀ ਇਹਨਾਂ ਦੀ। ਇਹਦੇ ਕਰਕੇ ਸਟੈਪ ਬਾਈ ਸਟੈਪ ਉਹ ਕਾਨੂੰਨ ਵੱਖੀਓਂ ਕੱਢਦੇ ਜਿਹੜਾ ਸਾਨੂੰ ਪਤਾ ਹੀ ਨਹੀਂ ਹੁੰਦਾ। ਹੁਣ ਇਹਨਾਂ ਨੇ ਇਹ ਕਾਨੂੰਨ ਕੱਢਿਆ ਵੀ ਸਾਡਾ ਨੁਕਸਾਨ ਬੜਾ ਹੁੰਦਾ ਵਾ, ਸਾਡਾ ਜਿਹੜਾ ਵੇਖੋ ਅਸੀਂ ਲੈਣ ਦੇਣ ਆ ਸਾਡਾ ਆੜ੍ਹਤੀਆਂ ਕੋ, ਕਿਸਾਨ ਤੇ ਅੱਗੇ ਘਾਟੇ 'ਚ ਜਾਂ ਤੇ ਬੰਦਾ ਹੋਵੇ ਨਾ ਪ੍ਰੋਫਿਟ ਦੇ ਵਿੱਚ, ਮੁਨਾਫੇ ਦੇ ਵਿੱਚ ਸਾਡਾ ਸੌਦਾ ਹੋਵੇ, ਤੇ ਸਾਡਾ ਜਿਹੜਾ ਅਸੀਂ ਘਾਟੇ 'ਚ ਅਸੀਂ ਆੜ੍ਹਤੀਆਂ ਕੋ ਵੇਲੇ ਵੀ ਪੈਸੇ ਚੁੱਕ ਲੈਂਦੇ ਹਾਂ। ਤੇ ਜਦੋਂ ਆੜ੍ਹਤੀਆਂ ਨੂੰ ਸਿੱਧਾ ਹੀ FCI 'ਚ ਜਾਵਾਂਗੇ ਤੇ ਨਾ ਸਾਨੂੰ ਬੈਂਕਾਂ ਦੇ ਸਾਡੀਆਂ ਅੱਗੇ ਜ਼ਮੀਨਾਂ ਪਲਾਜਿਆ, ਤੇ ਅਸੀਂ ਪੈਸੇ ਦੀ ਵਰਤੋਂ ਕਿੱਥੋਂ ਕਰਾਂਗੇ, ਪੈਸਾ ਅਸੀਂ ਕਿੱਥੋਂ ਸਾਰਾਂਗੇ। ਮੰਨ ਲਓ ਅਸੀਂ ਜਿਹੜਾ ਅਸੀਂ ਗੁਜ਼ਾਰਾ ਕਰਨਾ ਵਾ ਉਹ ਸਾਡਾ ਔਖਾ ਹੋ ਜਾਣਾ ਵਾ। ਇਸ ਕਰਕੇ ਸਾਨੂੰ ਜਿਹੜਾ ਵਾ ਇੱਕ ਜਿਹੜੇ ਕਾਨੂੰਨ ਆ ਦਿਨ ਬ ਦਿਨ ਜਿਹੜੇ ਕਾਨੂੰਨ ਘਾਤਕ ਕਾਨੂੰਨ ਜਿਹੜੇ ਆਈ ਜਾਂਦੇ ਆ, ਮੋਦੀ ਸਰਕਾਰ ਰਾਤੋਂ ਰਾਤ ਕਾਨੂੰਨ ਬਣਾਈ ਜਾਂਦੀ ਹੈ, ਲੋਕਾਂ ਦੀ ਰਾਏ ਨਹੀਂ ਲਈ ਜਾਂਦੀ। ਇਹ 'ਚ ਸਾਡਾ ਗੁੱਸਾ ਇਸੇ ਕਰਕੇ ਆ, ਲੋਕਾਂ ਦੇ ਵਾਸਤੇ ਤੁਸੀਂ ਲੋਕਾਂ ਮੈਨੂੰ ਲੱਗਦਾ ਹੁਣ ਤੱਕ ਪੰਜਾਬ ਦੀ ਸਰਕਾਰ ਨੇ 15,000 ਕਰੋੜ ਦਾ ਕਰਜ਼ਾ ਨਹੀਂ ਪੰਜਾਬ ਦੀ ਕਿਸਾਨੀ ਦਾ ਮਾਫ ਕੀਤਾ ਹੋਣਾ। 60-70 50-60-70 80-90 ਹਜ਼ਾਰ ਦਾ ਕਰੋੜ ਦਾ ਕਰਜ਼ਾ ਕਿੱਥੋਂ ਮਾਫ ਹੋ ਜਾਊਗਾ? ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ। ਹਾਂ ਠੀਕ ਹੈ, ਬਾਕੀ ਵਾਅਦੇ ਨੇ ਜਿਹੜੇ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਹੁਣ ਮੁੱਖ ਸਲਾਹਕਾਰ ਲਾਏ ਨੇ, ਨੀਤੀ ਘੜਕ ਨੇ, ਹੁਣ ਉਹ ਨੀਤੀ ਘੜਨਗੇ। ਉਹ ਨੀਤੀਆਂ 'ਚ ਅਖਬਾਰਾਂ 'ਚ ਇਸ਼ਤਿਹਾਰ ਆਉਣ ਲੱਗ ਗਏ, ਉਹ ਦੱਸਣਗੇ ਹੁਣ ਵੀ ਅਸੀਂ ਕੀ ਪ੍ਰਾਪਤੀਆਂ ਕੀਤੀਆਂ, ਕਿੰਨੇ ਕੁ ਕਰਜ਼ੇ ਮੋੜ ਤੇ, ਕਿੰਨਾ ਦੇ ਹੁਣ ਮੋੜਾਂਗੇ। ਵਿੱਤੀ ਸਾਧਨ ਨੇ, ਫਿਰ ਕੋਵਿਡ ਆ ਗਿਆ, ਫਿਰ ਪੰਜਾਬ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਸਾਨੂੰ ਵਿੱਤੀ ਘਾਟੇ ਪੈ ਗਏ, ਅਸੀਂ ਨਹੀਂ ਕਰਜ਼ਾ ਪੂਰਾ ਮੋੜ ਸਕੇ, ਪਰ ਅਸੀਂ ਕੋਈ ਨਾ ਕੋਈ ਯੋਜਨਾ ਬਣਾਵਾਂਗੇ, ਬਾਕੀਆਂ ਦਾ ਕਰਾਂਗੇ। ਮੋਬਾਈਲ ਜਿੰਨੇ ਕੁ ਵੰਡ ਤੇ ਉਹਨਾਂ ਦੇ ਡਾਟੇ ਆ ਜਾਣਗੇ ਵੀ ਦੇਖੋ ਇੰਨੇ ਵਿਦਿਆਰਥੀਆਂ ਨੂੰ ਵੰਡ ਤੇ, ਉਹ ਵੀ ਡਾਟੇ ਨੰਬਰਾਂ 'ਚ ਨਹੀਂ ਆਉਣੇ, ਕਰੋੜਾਂ 'ਚ ਆਉਣੇ ਵੀ ਅਸੀਂ 100 ਕਰੋੜ ਦੇ ਮੋਬਾਈਲ ਵੰਡ ਤੇ, 200 ਕਰੋੜ ਦੇ ਮੋਬਾਈਲ ਵੰਡ ਤੇ। ਸੋ ਇਸ ਕਰਕੇ ਇਹ ਸਮੁੱਚੇ ਵਾਅਦੇ ਪੂਰੇ ਨਹੀਂ ਹੋ ਸਕਦੇ ਜਿਸ ਤਰ੍ਹਾਂ ਦੇ ਵਾਅਦੇ ਪੋਲੀਟੀਕਲ ਸਿਸਟਮ 'ਚ ਲੋਕ ਕਰਦੇ ਨੇ। ਪਰ ਇਹ ਚੁਣੌਤੀ ਰਹੂਗੀ ਕੈਪਟਨ ਅਮਰਿੰਦਰ ਲਈ। ਹੁਣ ਜਦੋਂ ਕੈਪਟਨ ਅਮਰਿੰਦਰ ਕਹਿ ਰਹੇ ਨੇ ਵੀ ਅਸੀਂ ਵਾਅਦੇ ਸਾਰੇ ਪੂਰੇ ਕਰਕੇ ਲੋਕਾਂ 'ਚ ਵੋਟਾਂ ਮੰਗਣ ਜਾਵਾਂਗੇ, ਲੋਕ ਸਵਾਲ ਕਰਨਗੇ, ਕਿਸਾਨ ਟੱਕਰਿਆ ਕਰਨਗੇ ਕਾਂਗਰਸੀਆਂ ਨੂੰ ਵੀ ਮੇਰਾ ਤਾਂ ਕਰਜ਼ਾ ਮਾਫ ਨਹੀਂ ਹੋਇਆ। ਬਹੁਤੇ ਕਿਸਾਨਾਂ ਨੇ ਤਾਂ ਹੁਣ ਇਹ ਆਸ ਵੀ ਛੱਡਤੀ ਵੀ ਸਾਡਾ ਕਰਜ਼ਾ ਮਾਫ ਹੋਊਗਾ। ਉਹਨਾਂ ਨੂੰ ਪਤਾ ਵੀ ਥੋੜੇ ਦਿਨਾਂ ਤੱਕ ਤਾਂ ਚੋਣਾਂ ਆ ਜਾਣੀਆਂ ਨੇ, ਚੋਣਾਂ ਦਾ ਐਲਾਨ ਹੋ ਜਾਣਾ। ਤੇ ਡੱਲਾ ਸਾਹਿਬ, ਉਹਦੇ ਦੂਜੇ ਪਾਸੇ ਜੇ ਕਿਸਾਨਾਂ ਦੇ ਵੱਲ ਵਧੀਏ, ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤੇ ਗਏ ਹੋਏ ਨੇ 23 ਤਰੀਕ ਨੂੰ ਵੀ ਵੱਡੇ ਪ੍ਰੋਗਰਾਮ ਨੇ ਤੇ 26 ਤਰੀਕ ਨੂੰ ਤਾਂ ਪੂਰੇ ਮੁਲਕ ਦੇ ਵਿੱਚ ਬੰਦ ਦਾ ਐਲਾਨ ਹੈ। ਉਧਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੱਜ FCI ਦੇ ਜੋ ਨਵੇਂ ਨਿਯਮ ਨੇ ਉਹਨਾਂ ਦੇ ਤਹਿਤ ਇੱਕ ਪ੍ਰਦਰਸ਼ਨ ਕੀਤਾ ਗਿਆ ਮੰਡੀਆਂ ਦੇ ਵਿੱਚ, ਪੰਜਾਬ ਦੀਆਂ ਦੇ ਵਿੱਚ। ਕਿੱਦਾਂ ਵੇਖ ਰਹੇ ਹੋ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ 23 ਅਤੇ 26 ਤਰੀਕ ਨੂੰ ਕਿੱਦਾਂ ਵੇਖਦੇ ਹੋ? ਦੇਖੋ, FCI ਦੇ ਨਵੇਂ ਨਿਯਮ ਲਾਗੂ ਹੋ ਰਹੇ ਨੇ ਪੂਰੇ ਮੁਲਕ 'ਚ। FCI ਨੇ ਸੂਬੇ ਸਰਕਾਰਾਂ ਤੋਂ ਰਿਕਾਰਡ ਮੰਗਿਆ ਵੀ ਸਾਨੂੰ ਕਿਸਾਨਾਂ ਦਾ ਰਿਕਾਰਡ ਦਿਓ, ਉਹਨਾਂ ਦੇ ਲੈਂਡ ਰਿਕਾਰਡ ਦਿਓ, ਅਸੀਂ ਉਹਨਾਂ ਦੇ ਲੈਂਡ ਰਿਕਾਰਡ ਵੈਰੀਫਾਈ ਕਰੀਏ। FCI ਚਾਹੁੰਦੀ ਹੈ ਕਿ ਅਸੀਂ ਜਦੋਂ ਕਿਸਾਨਾਂ ਤੋਂ ਫਸਲ ਚੱਕਦੇ ਹਾਂ, ਭਾਵੇਂ ਝੋਨਾ, ਭਾਵੇਂ ਕਣਕ, ਭਾਵੇਂ ਮੱਕੀ, ਭਾਵੇਂ ਬਾਜਰਾ, ਭਾਵੇਂ ਤੇਲ ਬੀਜਾਂ ਦੀਆਂ ਫਸਲਾਂ ਨੇ, ਜਿਹੜੀਆਂ ਵੀ MSP ਤੇ FCI ਚੱਕਦੀ ਹੈ, FCI ਕਹਿੰਦੀ ਅਸੀਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਈਏ। ਪੰਜਾਬ ਦੇ ਕਿਸਾਨ ਵੀ ਇਹਦਾ ਵਿਰੋਧ ਕਰਦੇ ਨੇ, ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨੇ ਵੀ ਇਹਦਾ ਵਿਰੋਧ ਕੀਤਾ ਹੈ। ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਪ੍ਰੋਟੈਸਟ ਹੋਏ ਨੇ,
ਕਿਸਾਨਾਂ ਨੇ ਵਿਰੋਧ ਕੀਤਾ FCI ਦਾ, ਔਰ ਕਿਸਾਨ ਅਪੀਲਾਂ ਕਰ ਰਹੇ ਨੇ ਕਿ ਅਸੀਂ ਆਪਣੇ ਲੈਂਡ ਰਿਕਾਰਡ FCI ਨੂੰ ਜਮ੍ਹਾਂ ਨਹੀਂ ਕਰਾਉਣੇ, ਅਸੀਂ ਲੈਂਡ ਰਿਕਾਰਡ ਨਹੀਂ ਦੇਣੇ। ਉਹਦੇ ਪਿੱਛੇ 2 ਤਕਨੀਕੀ ਕਾਰਨ ਦੱਸੇ ਜਾ ਰਹੇ ਨੇ। ਪਹਿਲਾ ਤਕਨੀਕੀ ਕਾਰਨ ਕੀ, ਆ ਜਿਹੜੇ ਕਿਸਾਨ ਨੇ ਬਰੇਟਾ ਵਾਲੇ ਨੇ ਸੁਸਾਈਡ ਕੀਤਾ ਨਾ ਗਗਨ, ਉਹ ਵੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ। ਹੁਣ ਜਿਹੜੇ FCI ਦੇ ਨਿਯਮ ਨੇ ਉਹਦੇ 'ਚ ਇਹ ਸਪਸ਼ਟਤਾ ਨਹੀਂ ਹੈ ਕਿ ਜਿਹੜਾ ਸਾਡਾ ਕਿਸਾਨ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਕਿ ਉਹਦੇ ਖਾਤੇ 'ਚ ਪੈਸੇ ਆਉਗੇ, ਜਾਂ ਜਿਸ ਦੇ ਨਾਂ ਤੇ ਜ਼ਮੀਨ ਹੈ ਉਹਨੂੰ ਕਿਸਾਨ ਮੰਨ ਕੇ ਉਸਦੇ ਖਾਤੇ 'ਚ ਹੀ ਪੈਸੇ ਆਉਣਗੇ। ਹੁਣ ਸਾਡੀਆਂ ਬਹੁਤ ਸਾਰੀਆਂ ਜ਼ਮੀਨਾਂ ਦੇ ਮਾਲਕ ਕੈਨੇਡਾ, ਅਮਰੀਕਾ, ਰਸ਼ੀਆ, ਦੁਬਈ, ਇਟਲੀ, ਫਰਾਂਸ, ਜਰਮਨੀ, ਕੋਈ ਯੂਰਪ ਬੈਠਾ ਜੀ, ਕੋਈ ਲੰਡਨ ਬੈਠਾ, ਕੋਈ ਅਮਰੀਕਾ ਬੈਠਾ, ਕੋਈ UK ਹੈ ਜੀ, ਕੋਈ ਦੱਖਣੀ ਅਫਰੀਕਾ ਬੈਠਾ ਸਾਡਾ ਪੰਜਾਬੀ, ਕੋਈ ਬਰਮਿੰਗਮ ਬੈਠਾ ਤੇ ਕੋਈ ਟੋਰਾਂਟੋ, ਕੈਨੇਡਾ, ਕਿੰਨੀਆਂ ਪ੍ਰੋਵਿੰਸ ਨੇ, ਸਾਰੀ ਜਗ੍ਹਾ ਬੈਠੇ ਨੇ ਪੰਜਾਬੀ, ਦੁਬਈ। ਹੁਣ ਉਹ ਉੱਥੇ ਬੈਠੇ ਆਪਣੀਆਂ ਜ਼ਮੀਨਾਂ ਤਾਂ ਇੱਥੇ ਠੇਕੇ ਤੇ ਦੇ ਕੇ ਗਏ ਨੇ, ਜਾਂ ਰਿਸ਼ਤੇਦਾਰ ਉਹਨਾਂ ਤੇ ਖੇਤੀ ਕਰ ਰਹੇ ਨੇ, ਜਾਂ ਉਹਨਾਂ ਦੇ ਵਿਸ਼ਵਾਸ ਪਾਤਰ ਉਹਨਾਂ ਦੇ ਖੇਤੀ ਕਰ ਰਹੇ ਨੇ। ਹੁਣ ਉਹ ਵੀ ਪਰੇਸ਼ਾਨ ਨੇ ਵੀ ਸਾਡੀਆਂ ਤਾਂ ਅੱਗੇ ਠੇਕੇ ਤੇ ਨੇ ਜ਼ਮੀਨਾਂ, ਤੇ ਸਾਨੂੰ ਅਗਰ ਸਾਡੇ ਨਾਂ ਤੇ ਲੈਂਡ ਰਿਕਾਰਡ ਹੈ ਤੇ ਫਿਰ ਅਸੀਂ ਆਪ ਤਾਂ ਵੇਚਦੇ ਨਹੀਂ ਕਣਕ, ਠੇਕੇ ਤੇ ਖੇਤੀ ਕਰਨ ਵਾਲਾ ਕਿਸਾਨ ਹੈ ਜਿਹੜਾ ਵੇਚਦਾ। ਪਹਿਲਾਂ ਕੀ ਵਿਵਸਥਾ ਸੀ ਵੀ ਕੋਈ ਵੀ ਕਾਸ਼ਤਕਾਰ ਹੈ, ਭਾਵੇਂ ਉਹਦੇ ਕੋਲੇ ਠੇਕੇ ਤੇ ਜ਼ਮੀਨ ਹੈ, ਉਹ ਆੜਤੀਏ ਦੇ ਨਾਲ ਸੰਪਰਕ ਕਰਕੇ ਆੜਤੀਏ ਦੇ ਜ਼ਰੀਏ ਸਰਕਾਰ ਨੂੰ, ਸਰਕਾਰੀ ਏਜੰਸੀ ਨੂੰ ਆਪਣੇ ਉਤਪਾਦ ਵੇਚ ਦਿੰਦਾ, ਤੇ ਸਰਕਾਰ ਆੜਤੀਏ ਨੂੰ ਪੈਸੇ ਦਿੰਦੀ ਹੈ ਤੇ ਆੜਤੀਆ ਕਿਸਾਨ ਨੂੰ ਆਪਣੇ ਪੈਸੇ ਦਿੰਦਾ, ਆਪਣੀ ਕਮਿਸ਼ਨ ਕੱਟ ਲੈਂਦਾ। FCI ਕਹਿੰਦੀ ਆੜਤੀਏ ਦੀ ਕਮਿਸ਼ਨ ਅਸੀਂ ਦੇਵਾਂਗੇ, ਏਜੰਟਸ ਦੀ ਕਮਿਸ਼ਨ, ਏਜੰਟਸ ਦੀ ਕਮਿਸ਼ਨ ਅਸੀਂ ਦੇਵਾਂਗੇ, ਕਿਸਾਨ ਨੂੰ ਪੈਸੇ ਸਿੱਧੇ ਦੇਵਾਂਗੇ। ਇਹਦੇ 'ਚ ਰੇੜਕ ਹੈ। ਕਿਸਾਨ ਅੰਦੋਲਨ 'ਚ ਆੜਤੀਏ ਕਿਸਾਨਾਂ ਨਾਲ ਖੜ ਗਏ, ਹੁਣ ਕਿਸਾਨ ਆੜਤੀਆਂ ਨਾਲ ਖੜ ਗਏ ਕਿ ਅਸੀਂ ਚਾਹੁੰਦੇ ਹਾਂ ਕਿ ਆੜਤੀਆਂ ਦੇ ਜ਼ਰੀਏ ਹੀ ਸਾਡਾ ਕਾਰੋਬਾਰ ਚੱਲੇ। ਇਸੇ ਕਰਕੇ ਮੰਡੀਆਂ 'ਚ ਪ੍ਰੋਟੈਸਟ ਕੀਤਾ ਗਿਆ। ਹੁਣ ਇਹ ਦੇਖਦੇ ਆਉਂਦੇ ਦਿਨਾਂ ਦੇ ਵਿੱਚ ਇਹਦਾ ਮਸਲਾ ਨਿਬੜਦਾ ਕਿਵੇਂ ਹੈ। ਪਰ ਆ 23 ਮਾਰਚ ਦਾ ਐਲਾਨ ਕੀਤਾ, ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਮੁਲਕ ਦਾ ਹਰ ਨੌਜਵਾਨ ਸਾਡਾ ਸ਼ਹੀਦ ਭਗਤ ਸਿੰਘ ਹੈ, ਉਹਦੀ ਪ੍ਰੇਰਨਾ ਲੈਂਦਾ। ਕਿੰਨੇ ਸਾਡੇ ਸ਼ਹੀਦ ਨੇ, ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਇਹ ਸਾਰੇ ਹੈ ਹੀ ਹੈ, ਪਰ ਸ਼ਹੀਦ ਸਾਰੇ ਹੀ ਇੱਕ ਨੇ ਸਾਡੇ। ਭਾਵੇਂ ਊਧਮ ਸਿੰਘ ਹੈ, ਭਾਵੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ, ਭਾਵੇਂ ਲਾਲਾ ਲਾਜਪਤ ਰਾਏ ਹੈ, ਭਾਵੇਂ ਕਰਤਾਰ ਸਿੰਘ ਸਰਾਭਾ ਹੈ, ਹੋਰ ਬੜੇ ਸ਼ਹੀਦ ਨੇ ਸਾਡੇ ਮੁਲਕ ਦੇ। ਗਦਰੀ ਬਾਬੇ, ਮੈਂ ਸਾਰਿਆਂ ਦਾ ਜ਼ਿਕਰ ਕਰਦਾ। ਆ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਾਡੇ ਬੜੇ ਸ਼ਹੀਦ ਹੋਏ ਨੇ, SGPC ਦੇ ਬੜੇ ਸ਼ਹੀਦ ਹੋਏ ਨੇ ਸਾਡੇ ਬਾਬੇ ਪੁਰਾਣੇ। ਹੁਣ 23 ਮਾਰਚ ਨੂੰ ਨੌਜਵਾਨ ਜਿਹੜੇ ਨੇ ਅਗਵਾਈ ਕਰਨਗੇ ਕਿਸਾਨ ਮੋਰਚੇ ਦੀ, ਤੇ 26 ਮਾਰਚ ਦੇ ਪ੍ਰੋਗਰਾਮ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਦੇਖੋ 26 ਮਾਰਚ ਦਾ ਪ੍ਰੋਗਰਾਮ ਵੱਡਾ ਹੈ। 26 ਮਾਰਚ ਨੂੰ ਹੁਣ ਸੱਦਾ ਦਿੱਤਾ ਹੈ ਦੇਸ਼ ਦੇ ਬੰਦ ਦਾ। ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਕਿਸਾਨ ਮੋਰਚਾ ਕਹਿੰਦਾ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਮਾਰਾਂਗੇ ਕਿ ਮੁਕੰਮਲ ਬੰਦ ਰੱਖਿਆ ਜਾਵੇ। ਦੇਖੋ ਇਹ ਵੱਡੀ ਚੁਣੌਤੀ ਹੈ। ਪੂਰੇ ਮੁਲਕ 'ਚ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਕਰਾਉਣਾ ਗਗਨ, ਇਹ ਬਹੁਤ ਵੱਡੀ ਚੁਣੌਤੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲੋਂ 3 ਜਾਂ 4 ਘੰਟੇ ਦੇ ਬੰਦ ਦਾ ਸੱਦਾ ਵੱਜਿਆ ਹੁੰਦਾ ਤੇ ਉਹਦੇ ਨਾਲ ਆਮ ਲੋਕਾਂ ਨੂੰ ਜ਼ਿਆਦਾ ਦਿੱਕਤ ਨਹੀਂ ਸੀ ਹੋਣੀ। ਪਰ ਇਹ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ। ਸਰਕਾਰ ਆਪਣੇ ਵੱਲੋਂ ਤਿਆਰੀ ਕਰੂਗੀ। ਸੁੱਖ ਰੱਖੇ ਰੱਬ, ਆਸ ਇਹੀ ਕਰਾਂਗੇ ਗਗਨ ਕਿ ਸ਼ਾਂਤੀਪੂਰਵਕ ਹੈ ਜਿਹੜਾ ਇਹ ਬੰਦ ਹੋਵੇ, ਕਿਸੇ ਤਰ੍ਹਾਂ ਦੀ ਕਿਤੇ ਵੀ ਕੋਈ ਆਪਸੀ ਟਕਰਾਅ ਜਾਂ ਹਿੰਸਾ ਜਿਹੜੀ ਆ ਉਹ ਨਾ ਹੋਵੇ ਜੀ। ਔਰ ਬਹੁਤ ਸਾਰੇ ਰਿਐਕਸ਼ਨ ਵੀ ਨੇ। ਤੁਸੀਂ ਕੈਪਟਨ ਅਮਰਿੰਦਰ ਦੀ ਗੱਲ ਵੀ ਸੁਣਾਈ ਪਹਿਲਾਂ, ਕਈ ਬਿਆਨ ਅੱਜ ਦੇ ਵੀ ਨੇ। ਮੈਂ ਜ਼ਰੂਰ ਚਾਹੂੰਗਾ ਇੱਕ ਵਾਰੀ ਸੁਣਾ ਜ਼ਰੂਰ ਦਿਓ ਇਸ ਪੂਰੇ ਮਸਲੇ ਤੇ। ਬਿਲਕੁਲ। ਵੇਖੋ ਜੀ, ਮੰਗਾਂ ਸਾਡੀਆਂ ਇਹ ਆ ਵੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਇੱਕ ਹੋਰ ਸਾਡੇ ਤੇ ਨਵਾਂ ਚੰਦ ਚਾੜਿਆ। ਸਾਡਾ ਜਿਹੜਾ FCI ਉਹਨੂੰ ਤੋੜਨ ਦੀ ਤਿਆਰੀ ਆ, ਮੰਡੀ ਤੇ ਅੱਗੇ ਤੋੜਨ ਦੀ ਤਿਆਰੀ ਸੀ ਇਹਨਾਂ ਦੀ। ਇਹਦੇ ਕਰਕੇ ਸਟੈਪ ਬਾਈ ਸਟੈਪ ਉਹ ਕਾਨੂੰਨ ਵੱਖੀਓਂ ਕੱਢਦੇ ਜਿਹੜਾ ਸਾਨੂੰ ਪਤਾ ਹੀ ਨਹੀਂ ਹੁੰਦਾ। ਹੁਣ ਇਹਨਾਂ ਨੇ ਇਹ ਕਾਨੂੰਨ ਕੱਢਿਆ ਵੀ ਸਾਡਾ ਨੁਕਸਾਨ ਬੜਾ ਹੁੰਦਾ ਵਾ। ਸਾਡਾ ਜਿਹੜਾ ਵੇਖੋ ਅਸੀਂ ਲੈਣ ਦੇਣ ਆ ਸਾਡਾ ਆੜ੍ਹਤੀਆਂ ਕੋ, ਕਿਸਾਨ ਤੇ ਅੱਗੇ ਘਾਟੇ 'ਚ ਜਾਂ ਤੇ ਬੰਦਾ ਹੋਵੇ ਨਾ ਪ੍ਰੋਫਿਟ ਦੇ ਵਿੱਚ, ਮੁਨਾਫੇ ਦੇ ਵਿੱਚ ਸਾਡਾ ਸੌਦਾ ਹੋਵੇ, ਤੇ ਸਾਡਾ ਜਿਹੜਾ ਅਸੀਂ ਘਾਟੇ 'ਚ ਅਸੀਂ ਆੜ੍ਹਤੀਆਂ ਕੋ ਵੇਲੇ ਵੀ ਪੈਸੇ ਚੁੱਕ ਲੈਂਦੇ ਹਾਂ। ਤੇ ਜਦੋਂ ਆੜ੍ਹਤੀਆਂ ਨੂੰ ਸਿੱਧਾ ਹੀ FCI 'ਚ ਜਾਵਾਂਗੇ ਤੇ ਨਾ ਸਾਨੂੰ ਬੈਂਕਾਂ ਦੇ ਸਾਡੀਆਂ ਅੱਗੇ ਜ਼ਮੀਨਾਂ ਪਲੱਜ ਆ, ਤੇ ਅਸੀਂ ਪੈਸੇ ਦੀ ਵਰਤੋਂ ਕਿੱਥੋਂ ਕਰਾਂਗੇ? ਪੈਸਾ ਅਸੀਂ ਕਿੱਥੋਂ ਸਾਰਾਂਗੇ? ਮੰਨ ਲਓ ਅਸੀਂ ਜਿਹੜਾ ਅਸੀਂ ਗੁਜ਼ਾਰਾ ਕਰਨਾ ਵਾ ਉਹ ਸਾਡਾ ਔਖਾ ਹੋ ਜਾਣਾ ਵਾ। ਇਸ ਕਰਕੇ ਸਾਨੂੰ ਜਿਹੜਾ ਵਾ ਇੱਕ ਜਿਹੜੇ ਕਾਨੂੰਨ ਆ, ਦਿਨ ਬ ਦਿਨ ਜਿਹੜੇ ਕਾਨੂੰਨ, ਘਾਤਕ ਕਾਨੂੰਨ ਜਿਹੜੇ ਆਈ ਜਾਂਦੇ ਆ, ਮੋਦੀ ਸਰਕਾਰ ਰਾਤੋਂ ਰਾਤ ਕਾਨੂੰਨ ਬਣਾਈ ਜਾਂਦੀ ਹੈ, ਲੋਕਾਂ ਦੀ ਰਾਏ ਨਹੀਂ ਲਈ ਜਾਂਦੀ। ਇਹ 'ਚ ਸਾਡਾ ਗੁੱਸਾ ਇਸੇ ਕਰਕੇ ਆ, ਲੋਕਾਂ ਦੇ ਵਾਸਤੇ ਤੁਸੀਂ ਲੋਕਾਂ ਦੇ ਵਾਸਤੇ ਰਾਏ ਕਾਨੂੰਨ ਬਣਾ ਰਹੇ ਜੇ, ਲੋਕਾਂ ਨੂੰ ਸਹਿਮਤੀ ਦੇ ਵਿੱਚ ਲੈਣੀ ਚਾਹੀਦੀ ਆ। ਲੋਕਾਂ ਦੀ ਕੋਈ ਸਹਿਮਤੀ ਨਹੀਂ ਆ। 250 ਤੋਂ ਵੱਧ ਕਾਨੂੰਨ ਬਦਲਤੇ ਆ, ਨਾਲ ਕਾਨੂੰਨ ਨਹੀਂ ਬਦਲੇ, ਨਾਲ ਸਾਡੀ ਜਿੰਨੀ ਸਰਕਾਰੀ ਪ੍ਰਾਪਰਟੀ ਉਹ ਸਾਰੀ ਵੇਚਤੀ ਆ। ਸਾਡੀ ਸਰਕਾਰੀ ਜਿਹੜੀ ਵੱਡੇ ਮਤਲਬ ਆਇਲਰੀ ਕਹਿ ਲਓ, ਸਾਡੀਆਂ ਬੈਂਕਾਂ ਕਹਿ ਲਓ, ਸਾਡੀਆਂ ਰੇਲਵੇ ਕਹਿ ਲਓ, ਸਾਡੇ 에ਅਰਪੋਰਟ ਕਹਿ ਲਓ, ਉਹ ਸਾਰਾ ਕੁਝ ਵਿਕ ਗਿਆ ਸਾਡਾ। ਜਦੋਂ ਐਡੀ
ਆ ਮਹਿੰਗਾ ਅਦਾਰਾ ਜਿਹੜੇ ਸਾਡੇ ਵਿਕ ਜਾਣ, ਜਿਹੜੇ ਪ੍ਰੋਫਿਟ ਦੇ ਵਿੱਚ ਅਦਾਰੇ ਉਹ ਵਿਕ ਜਾਣ, ਤੇ ਫਿਰ ਸਾਡੇ ਦੇਸ਼ ਦੇ ਵਿੱਚ ਪੱਲੇ ਰਿਹਾ ਕੱਖ ਨਹੀਂ। ਇਸ ਕਰਕੇ ਇਹ ਰੋਸ ਦਿਨੋਂ ਦਿਨ ਵਧਣਾ ਵਾ, ਘਟਣਾ ਨਹੀਂ ਹੈ। ਸਰਕਾਰ ਚਾਹੁੰਦੀ ਆ ਵੀ ਅਸੀਂ ਮਨਮਰਜ਼ੀਆਂ ਕਰਕੇ ਦੇਸ਼ਾਂ ਦੇ ਲੋਕਾਂ ਤੇ ਰਾਜ ਕਰ ਲਾਂਗੇ, ਲੋਕ ਇਹਨਾਂ ਨੂੰ ਸਬਕ ਸਿਖਾਉਣਗੇ, ਲੋਕ ਇਹਨਾਂ ਦਾ ਵਿਰੋਧ ਕਰਨ ਰਹੇ ਆ, ਦਿਨ ਬ ਦਿਨ ਵਿਰੋਧ ਵਧੂਗਾ ਤੇ ਲੋਕ ਆਪਣੀ ਜਾਇਦਾਦ ਬਚਾਉਣਗੇ ਜੀ। ਸੋ ਇਹ ਖਾਸ ਅਪਡੇਟ ਸੀ ਪੰਜਾਬ ਦੀ ਜੋ ਤੁਹਾਡੇ ਨਾਲ ਸਾਂਝੇ ਕਰਨੇ ਸੀ ਕਿ ਆਖਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਹੋ ਜਿਹੇ ਫੈਸਲੇ ਲੈ ਸਕਦੀਆਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਕਿਹੋ ਜਿਹੇ ਕਾਨੂੰਨੀ ਦਾਅਪੇਚਾਂ ਦੇ ਵਿੱਚ ਹੁਣ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ, ਖਾਸ ਅਪਡੇਟਾਂ ਦੇ ਉੱਤੇ ਕਪੜਛਾਣ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਬਹੁਤ